गुड मॉर्निंग एवरीवन। ਤਾਂ ਅੱਜ ਆਪਣਾ 9th ਜਿਹੜਾ ਚੈਪਟਰ ਹੈ 9th ਵੀ ਸੈਮੀਕੰਡਕਟਰ ਡਿਵਾਈਸਿਸ ਵਾਲਾ, ਠੀਕ ਹੈ, ਆਪਾਂ ਕੰਪਲੀਟ ਕਰ ਲਾਂਗੇ। ਆਪਣਾ ਸਿਰਫ ਇੱਕ ਟੌਪਿਕ ਰਹਿ ਗਿਆ ਸੀ ਤੇ ਥੋੜੇ ਜਿਹੇ ਥਿਊਰੀ ਦੇ ਪੁਆਇੰਟ ਸੀਗੇ, ਉਹ ਵਾਲੇ ਆਪਾਂ ਨੇ ਡਿਸਕਸ ਕਰਨੇ ਆ, ਫਿਰ ਆਪਣਾ ਚੈਪਟਰ ਜਿਹੜਾ ਹੋ ਜਾਊਗਾ ਕੰਪਲੀਟ ਹੋ ਜਾਊਗਾ, ਠੀਕ ਹੈ। ਤੇ ਸਭ ਤੋਂ ਪਹਿਲਾਂ ਤਾਂ ਬਣਦਾ ਆਪਣੇ ਕੋਲ ਟ੍ਰਾਂਜ਼ਿਸਟਰ। ਪਹਿਲਾਂ ਆਪਾਂ ਟੌਪਿਕ ਕੰਪਲੀਟ ਕਰਾਂਗੇ, ਫਿਰ ਆਪਾਂ ਥੋੜੇ ਬਹੁਤੇ ਜਿਹੜੇ ਪੋਰਸ਼ਨ ਜੇ ਪਿਛਲੇ ਕਰਨੇ ਨੇ ਦੁਬਾਰਾ ਰਿਪੀਟ ਕਰਾਂਗੇ। ਤਾਂ ਸਭ ਤੋਂ ਪਹਿਲਾਂ ਬਣਦਾ ਟ੍ਰਾਂਜ਼ਿਸਟਰ ਸਵਿਚ। 5 ਨੰਬਰ ਦਾ ਆਰਟੀਕਲ ਹੈ transistor as a switch, ठीक है। ਹੁਣ ਸਵਿਚ ਕੀ ਹੋਊਗਾ ਜਿਸ ਦੀ ਹੈਲਪ ਨਾਲ ਆਪਾਂ ਸਰਕਟ ਨੂੰ ਔਨ ਆਫ ਕਰ ਸਕਦੇ ਹਾਂ। ਤੇ ਡਾਇਗਰਾਮ ਦੇਖ ਲਓ, ਮੇਨ ਤਾਂ ਆਲਵੇਜ਼ ਐਜ਼ ਆਲਵੇਜ਼ ਡਾਇਗਰਾਮ ਹੀ ਹੈ ਦੀ ਥਿਊਰੀ ਜਿਹੜੀ ਹੈਗੀ ਉਹ ਤਾਂ ਹੈਗੀ ਹੈ। ਤਾਂ ਕਾਮਨ ਐਮੀਟਰ ਆਪਣੇ ਕੋਲ ਐਂਪਲੀਫਾਇਰ ਹੈ ਜਾਂ ਫਿਰ ਟ੍ਰਾਂਜ਼ਿਸਟਰ ਹੈ, ਇੱਕੋ ਗੱਲ ਹੈ। दिस इज वेरिएबल बैटरी VBB। डायग्राम ड्रॉ कर लो। इतने वोल्टेज इनपुट है VI। दिस इज रेजिस्टेंस RB, ठीक है। दिस इज VCC, वेरिएबल है। दिस इज RL, ਤੇ ਇਹਦੇ ਕ੍ਰੋਸ ਕੀ ਹੋ ਜੂ ICRL। ਤਾਂ V0 ਕਿਹੜੀ ਹੋਊਗੀ, ਦਿਸ ਵੁੱਡ ਬੀ ਦਾ V0 ਵੈਲਿਊ, ठीक है। तो अपने को अगेन N चलूगा, कॉमन मीटर है तो करंट ए चलूगा एरो, तो IE करंट ए होगा। जे IE करंट बाहर निकले है तो बेस करंट ऊपर ਨੂੰ ਹੋਊਗਾ, अंदर ਨੂੰ ਹੋਊਗਾ, एंड कलैक्टर करंट इस साइड ਨੂੰ ਹੋਊਗਾ। ਹੁਣ ਜੋ ਆਪਾਂ ਨੇ पोलैरिटी लगाई है, इस बैटरी की पोलैरिटी है जो IB करंट ਨੂੰ सप्लाई करू, इस बैटरी की पोलैरिटी है जो IC करंट ਨੂੰ सप्लाई करूगी, ठीक है। ये अपने को डायग्राम होगी। ਹੁਣ ਇਹਦੇ ਵਿੱਚ ਇੱਕ ਵਰਚੁਅਲ ਬੈਟਰੀ ਦਾ ਕੰਮ ਕਰਦੀ ਹੈ, ਦੇਖ ਲਓ ਕਿਵੇਂ ਉਹ ਇਸ ਪੋਰਸ਼ਨ ਤੋਂ ਐਕਟ ਕਰੂ। ਜਿਸ ਨੂੰ ਆਪਾਂ VEB ਕਹਿ ਸਕਦੇ ਹਾਂ, ਠੀਕ ਹੈ। ਦਿਸ ਇਜ਼ ਵਰਚੁਅਲ ਬੈਟਰੀ ਜੋ ਇਸ ਦੇ ਵਿਚਕਾਰ ਕੰਮ ਕਰੂ, ਰੈਜ਼ਿਸਟੈਂਸ ਤੋਂ ਬਾਅਦ ਦੇ ਵਿੱਚ ਇਸ ਦੇ ਵਿਚਕਾਰ ਇੱਕ ਬੈਟਰੀ ਹੋ ਜੂਗੀ, ਠੀਕ ਹੈ, ਜਿਹੜੀ ਹੋਊਗੀ ਕਲੈਕਟਰ ਐਂਡ ਐਮੀਟਰ ਦੇ ਵਿਚਕਾਰਲੀ ਬੈਟਰੀ। दिस इज VCE बैटरी, ठीक है। दिस इज VCE बैटरी। ਹੁਣ ਉਸ ਨੂੰ ਦੇਖੋ ਧਿਆਨ ਨਾਲ, ਠੀਕ ਹੈ। ਸਭ ਤੋਂ ਪਹਿਲਾਂ ਤਾਂ ਹੁੰਦਾ ਕਿ ਇਹ ਸਵਿਚ ਦਾ ਮਤਲਬ ਕੀ ਹੈ, ਇਟ ਇਜ਼ ਐਕਟਿੰਗ ਲਾਈਕ ਟੂ ਸਵਿਚ ਔਨ ਆਫ ਦਾ ਸਰਕਟ, ਠੀਕ ਹੈ। ਇਟਸ ਅ ਡਿਵਾਈਸ which is used। ਸਭ ਤੋਂ ਪਹਿਲਾਂ ਤਾਂ ਵੀਡੀਓ ਨੂੰ ਪੌਜ਼ ਕਰਕੇ ਤੁਸੀਂ ਇਸ ਨੂੰ ਪਹਿਲਾਂ ਇੱਕ ਵਾਰ ਡਰਾ ਕਰ ਲਓ, ਠੀਕ ਹੈ। ਫਿਰ ਇਹਦੀ ਇਕੁਏਸ਼ਨਸ ਨੇ, ਇਸ ਸਾਈਡ ਤੇ ਇਕੁਏਸ਼ਨਸ ਲਿਖ ਲਾਂਗੇ ਤੇ ਇਸ ਸਾਈਡ ਤੇ ਥਿਊਰੀ ਆਪਾਂ ਡਿਸਕਸ ਕਰ ਲਾਂਗੇ। ਬਹੁਤ ਈਜ਼ੀ ਹੈ, ਔਖਾ ਨਹੀਂ ਹੈਗਾ, ਸਿੰਪਲ ਜਿਹਾ ਟੌਪਿਕ ਹੈ। which is used to switch on of the circuit, switch on off the current in the circuit, the current in the circuit, ठीक है। ਜਿਹੜਾ यूज ਕੀਤਾ ਜਾਂਦਾ ਸਵਿਚ ਔਨ ਕਰਨ ਲਈ ਕਰੰਟ ਸਰਕਟ ਦੇ ਵਿੱਚ ਕਰੰਟ ਨੂੰ। ਤੇ ਆਪਾਂ ਨੇ ਕੀ ਕਰਨਾ, ਆਪਾਂ ਨੇ ਅਪਲਾਈ ਕਰਨਾ ਕਿਰਚੌਫ ਲਾਅ। applying Kirchhoff law on the input side, on the output side, Kirchhoff law on loop 1, this is loop 1, loop 1 है, तो loop इस अकॉर्डिंग चलूगा, ठीक है। on loop 1 किमें ध्यान आ जो अपने को सप्लाई बैटरी है दैट इज VBB ਕਿਹਦੇ ਕੋਲ ਹੈ, ਇੱਕ ਤਾਂ ਉਹ ਇਸ ਦੇ ਇਕੁਅਲ ਹੋਊਗੀ ਵੋਲਟੇਜ ਅਕ੍ਰੋਸ RB दैट इज IBRB, ठीक है। एक तो वोल्टेज अक्रॉस IBRB आ जाओ प्लस एक हो जो अपने कोल VEB, तो दो पार्ट्स डिवाइड हो गए। एंड सिमिलरली
जो VBB है वो ਲੈਫਟ ਸਾਈਡ ਤੇ ਕਿਹਦੇ ਇਕੁਅਲ ਹੈ ਆਪਣੇ ਕੋਲ ਇਨਪੁਟ ਵੋਲਟੇਜ ਦੇ ਇਕੁਅਲ ਹੈ ਤੇ ਇਸ ਨੂੰ ਆਪਾਂ ਫਰਸਟ ਇਕੁਏਸ਼ਨ ਮਾਰਕ ਕਰਾਂਗੇ ਸਭ ਤੋਂ ਈਜ਼ੀ ਫਾਰਮੈਟ ਹੈ ਇਕੁਏਸ਼ਨ ਨੂੰ ਲਿਖਣ ਦਾ ਜੋ ਮੈਂ ਲਿਖਿਆ ਕਿ ਜਿਹੜੀ ਆਪਣੇ ਕੋਲ इनपुट वोल्टेज है जो VBB है दैट इज डिवाइडेड इनटू टू वोल्टेज कंपोनेंट्स एक हो जो अपने को VEB दूसरा हो जो अपने को IBRB ठीक है फिर अपने को ਕੀ ਆ ਜਾਂਦਾ ਹੈਗਾ ਹੁਣ ਆਪਾਂ ਨੇ ਅਪਲਾਈ ਕਰਨਾ ਸੈਕੰਡ ਲੂਪ ਦੇ ਵਿੱਚ ਸੈਕੰਡ ਲੂਪ ਕਿਹੜਾ ਆਪਣੇ ਕੋਲ ਆ ਵਾਲਾ ਸੈਕੰਡ ਲੂਪ ਚ ਵੀ ਕੀ ਹੈ ਕਿ ਜੋ VCC ਬੈਟਰੀ ਦੀ ਵੋਲਟੇਜ ਹੈ दैट इज डिवाइडेड इनटू RL एंड VCE ਤੇ ਇੱਥੇ ਆ ਜੋ ਅਪਲਾਈ Kirchhoff's law on loop 2 ठीक है लूप 2 ਤੇ ਲਗਾਉਂਦੇ ਆਪਾਂ ਤੇ ਆ ਜੋ VCC is equal to ICRL plus VCE but ਜਿਹੜਾ V0 ਹੈ ਕਿਹਦੇ ਇਕੁਅਲ ਹੈ ਧਿਆਨ ਨਾਲ ਦੇਖੋ ਪਹਿਲੇ ਚ ਵੀ ਹੁੰਦਾ ਸੀ VCC minus ICRL ਆਊਗਾ ਠੀਕ ਹੈ ਤਾਂ ਆਪਣੇ ਕੋਲ ਜੋ V0 ਆਣਾ ਹੈ ਉਹ ਕਿਹਦੇ ਇਕੁਅਲ ਹੋਣਾ ਹੈ VCC minus ICRL ਐਂਡ ਇਹ ਕਿਹਦੇ ਇਕੁਅਲ ਹੋ ਜਾਂਦਾ ਹੈ VCE ਇਸ ਨੂੰ ਆਪਾਂ ਸੈਕੰਡ ਇਕੁਏਸ਼ਨ ਮਾਰਕ ਕਰਦੇ ਹਾਂ ਇਕੁਏਸ਼ਨ ਲਿਖਣ ਦੀ ਜ਼ਰੂਰਤ ਹੈ अपने को सेकंड इक्वेशन को यूज ज्यादा ਹੁੰਦੀ नहीं है ठीक है बेसिकली अपने को फर्स्ट इक्वेशन ਦਾ यूज है ਕਿਵੇਂ ਹੁਣ ਆਪਣੇ ਕੋਲ ਜੋ ਗ੍ਰਾਫ ਆ ਬਣ ਰਿਹਾ ਜੋ ਆਪਣੇ ਕੋਲ ਆ ਸਰਕਟ ਹੈ ਇਹ ਫਾਰਵਰਡ ਬਾਇਸ ਹੈ ਠੀਕ ਹੈ ਹੁਣ ਫਾਰਵਰਡ ਬਾਇਸ ਦੇ ਵਿੱਚ ਆਪਣੇ ਕੋਲ ਮਿਨੀਮਮ ਪੋਟੈਂਸ਼ੀਅਲ ਬੈਰੀਅਰ ਕਿੰਨਾ ਹੁੰਦਾ 0.7 ਵੋਲਟ ਇਸ ਦੇ ਵਿੱਚ ਆਪਾਂ ਨੂੰ ਬੁੱਕ ਚ ਦਿੱਤਾ ਹੈ 0.6 ਵੋਲਟ ਤਾਂ ਆਪਾਂ 0.6 ਵੋਲਟ ਰੱਖਾਂਗੇ ਠੀਕ ਹੈ ਤਾਂ ਆਪਾਂ ਲਿਖਾਂਗੇ 4 ट्रांजिस्टर VBE ਕਿਹਦੇ ਇਕੁਅਲ ਹੈ 0.6 ਵੋਲਟ ਬੁੱਕ ਚ ਜੋ ਦਿੱਤਾ ਹੈ ਮਤਲਬ ਆਪਾਂ ਨੇ ਫਾਰਵਰਡ ਬਾਇਸਿੰਗ ਦੇ ਵਿੱਚੋਂ ਜੇ ਕਰੰਟ ਪਾਸ ਕਰਾਣਾ ਹੈ ਤਾਂ ਆਪਾਂ ਨੂੰ ਮਿਨੀਮਮ 0.6 ਵੋਲਟ ਦੀ ਸਪਲਾਈ ਦੇਣੀ ਪਊ ਬਸ ਇਸੇ ਚ ਕੇਸ ਚੱਲੂਗਾ ਜੇ ਆਪਣੇ ਕੋਲ ਇਨਪੁਟ ਵੋਲਟੇਜ ਆ ਵਾਲੀ ਵੋਲਟੇਜ 0.6 ਤੋਂ ਲੈਸ ਹੈ ਤਾਂ ਸਰਕਟ ਔਨ ਨਹੀਂ ਹੋਊਗਾ ਸਵਿਚ ਦੇ ਅਕ੍ਰੋਸ ਕਰੰਟ ਨਹੀਂ ਜਾਊਗਾ ਖਤਮ ਜੇ ਆਪਣੇ ਕੋਲ ਵੋਲਟੇਜ ਜੋ ਹੈ 0.6 ਤੋਂ 1 ਦੇ ਵਿਚਕਾਰ ਹੈ ਇਨਪੁਟ ਵਾਲੀ ਸਾਈਡ ਤੇ then circuit ਕੀ ਹੋ ਜੂ ਐਕਟਿਵ ਹੋ ਜਾਊਗਾ ਸਰਕਟ ਔਨ ਹੋ ਜਾਊਗਾ it will set to be active state ਠੀਕ ਹੈ ਜੇ ਆਪਣੇ ਕੋਲ ਸਰਕਟ ਜਿਹੜਾ ਹੈਗਾ ਉਸ ਚ ਇਨਪੁਟ ਸਾਈਡ ਤੇ ਜੋ ਵੋਲਟੇਜ ਹੈ that would be greater than 1 volt then it is set to be in saturation position ਕੋਈ ਫਰਕ ਨਹੀਂ ਪੈਣਾ ਤਾਂ ਆਪਣੇ ਕੋਲ ਬੇਸਿਕਲੀ ਇਹਦੀ ਟ੍ਰਾਂਜ਼ਿਸਟਰ ਦੀ ਯੂਜ਼ ਕੀ ਹੈ ਕਿ ਆਪਾਂ मिनिमम वोल्टेज की हेल्प ਨਾਲ ਸਰਕਟ ਨੂੰ ਕੰਟਰੋਲ ਕਰ ਸਕਦੇ ਹਾਂ ਬਿਟਵੀਨ 1 ਐਂਡ 0.6 ਵੋਲਟ ਦੇ 1 ਵੋਲਟ ਤੋਂ ਨੀਚੇ ਆਪਾਂ ਸਰਕਟ ਦੇ ਸਵਿਚ ਔਨ ਆਫ ਨੂੰ ਕੰਟਰੋਲ ਕਰ ਸਕਦੇ ਹਾਂ ਸਿੰਪਲ ਹੀ ਹੈ ਕਿਉਂਕਿ ਜੇ 1 ਵੋਲਟ ਤੋਂ ਜ਼ਿਆਦਾ ਕਰਾਂਗੇ ਤਾਂ ਉਹ ਸਵਿਚ ਔਨ ਰਹੂਗਾ that particular condition is called saturation condition ਜੇ 0.6 ਤੋਂ ਲੈਸ ਹੋਊਗੀ ਸਵਿਚ ਔਨ ਨਹੀਂ ਹੋਊਗਾ ਠੀਕ ਹੈ ਤਾਂ ਆਪਣੇ ਕੋਲ ਬੰਦਾ ਕੇਸ 1 ਇੱਕ ਇੱਕ ਕਰਕੇ ਨੋਟ ਕਰਦੇ ਹਾਂ ਜੇ ਆਪਣੇ ਕੋਲ ਇਨਪੁਟ ਵੋਲਟੇਜ ਇਜ਼ ਲੈਸ ਦੈਨ 0.6 ਵੋਲਟ ਧਿਆਨ ਨਾਲ ਦੇਖੋ ਇਸ ਡਾਇਗਰਾਮ ਦੇ ਵਿੱਚ 0.6 ਆ ਹੋ ਗਿਆ 0.6 ਇਹ ਹੋ ਗਿਆ ਫਸਟ ਇਕੁਏਸ਼ਨ ਦੇ ਅਕੋਰਡਿੰਗ ਕੀ ਬੰਦਾ ਆਪਣੇ ਕੋਲ ਜੇ VI ਜਿਹੜਾ ਹੈ ਲੈਸ ਦੈਨ 0.6 ਹੈ ਜੇ VI ਲੈਸ ਦੈਨ 0.6 ਹੈ ਤਾਂ ਆਪਣੇ ਕੋਲ IB ਕਿੰਨਾ ਹੋ ਜੂ 0 ਤਾਂ ਸਰਕਟ ਔਨ ਨਹੀਂ ਹੋਊਗਾ then base current become 0 ਤਾਂ ਸਾਰੇ ਕਰੰਟ 0 ਬਣ ਜਾਣਗੇ ਕਲੈਕਟਰ ਕਰੰਟ become 0 ਤਾਂ ਆਪਣੇ ਕੋਲ ਲੋਡ ਦੇ ਕ੍ਰੋਸ ਸੋ voltage across the load become 0 RL is 0 ਤਾਂ ਆਪਣੇ ਕੋਲ emitter based circuit forward biasing ਚ ਆਇਆ ਨਹੀਂ ਕਿਉਂਕਿ ਆਪਾਂ ਨੇ ਉਸ ਨੂੰ potential barrier cross ਨਹੀਂ ਕਰਾਇਆ ਕਿਉਂਕਿ ਆਪਣੇ ਕੋਲ input voltage less than ਹੈ ਉਸ ਤੇ potential barrier ਤੋਂ ਠੀਕ ਹੈ ਸਟੇਟਮੈਂਟ ਲਿਖਣੇ ਸਟੇਟਮੈਂਟ ਲਿਖ ਸਕਦੇ ਹਾਂ ਆਪਾਂ ਕਿਉਂਕਿ 5 ਨੰਬਰ ਤਾਂ ਥਿਊਰੀ ਦਾ ਲਿਖਣੀ ਪਊਗੀ emitter based circuit do not activated because input voltage is less than VI less than है अपने कोल potential barrier of forward biasing of EB circuit ठीक है आराम ਨਾਲ ਲਿਖ ਲਓ ਕਿ ਜਿਹੜਾ ਆਪਣੇ ਕੋਲ ਇਨਪੁਟ ਵੋਲਟੇਜ ਹੈ ਉਹ ਲੈਸ ਦੈਨ ਹੈ ਫੋਰਵਰਡ ਬਾਇਸਿੰਗ ਆਫ EB circuit so from second equation
voltage across load is 0, voltage across load is 0, hence circuit is in cut off region. ये region कहांगे ਆਪਾਂ cut off region and V naught is equal to VCC minus 0. तब V naught के इक्वल हो जाएगा सप्लाई वोल्टेज इक्वल हो जाएगा, तब VCC वोल्टेज इक्वल हो जाएगा, आउटपुट वोल्टेज की हो जाएगी हाई एंड आउटपुट वोल्टेज V naught is हाई। ਤਾਂ ਧਿਆਨ ਆਪਾਂ ਨੇ ਕੀ ਰੱਖਣਾ ਹੈ ਕਿ ਆਪਣੇ ਕੋਲ ਲੋਡ ਰੈਜ਼ਿਸਟੈਂਸ ਦੇ ਕ੍ਰਾਸ ਕੋਈ ਵੋਲਟੇਜ ਡ੍ਰੌਪ ਆ ਰਿਹਾ, ਜੇ ਲੋਡ ਰੈਜ਼ਿਸਟੈਂਸ ਦੇ ਕ੍ਰਾਸ ਵੋਲਟੇਜ ਡ੍ਰੌਪ ਆ ਰਿਹਾ ਦੈਨ ਇਟ ਇਜ਼ ਇਨ ਸਵਿਚ ਔਨ ਸਟੇਟ, ਜੇ ਨਹੀਂ ਆ ਰਿਹਾ ਦੈਨ ਇਟ ਇਜ਼ ਇਨ ਸਵਿਚ ਆਫ ਸਟੇਟ। ਠੀਕ ਹੈ, ਹੁਣ ਸਪੇਸ ਤਾਂ ਹੈ ਨਹੀਂ ਆਪਣੇ ਕੋਲ, ਤਾਂ ਆਪਾਂ ਨੂੰ ਪਿਛਲੇ ਚੀਜ਼ਾਂ ਥੋੜੀ ਜਿਹੀ ਗਾਇਬ ਕਰਕੇ ਥਿਊਰੀ ਕਰਨੀ ਹੈ, ਫਿਰ ਸੈਕਿੰਡ ਕੰਡੀਸ਼ਨ ਕਰਨੀ ਪੈਣੀ ਹੈ। ਤਾਂ ਕੇਸ 2 ਬਣ ਗਿਆ, ਤਾਂ ਕੇਸ 2 ਚ ਕੀ ਆ ਜੋ ਆਪਣੇ ਕੋਲ if Vi lies between 0.6 volt to 1 volt। ठीक है, तो इस केस की जो अपने कुल एक्टिवेटेड हो जाएगा when input voltage is greater than 0.6 volt, IB will not be 0, तो IB 0 नहीं होगा, circuit is activated and IE and IC do not remain 0। ठीक है, and there will be some voltage drop across the load, there will be some voltage drop across the load। ਹੁਣ ਇਹਦੀ ਕੋਈ यूज नहीं होना ज़्यादा, स्पेस बना लेंगे ਆਪਾਂ, ਤਾਂ वोल्टेज ड्रॉप हो जू लोड ਦੇ क्रॉस, ਉਸ ਨਾਲ ਕੀ ਹੋਊ ਆਪਣੇ ਕੋਲ लोड the switch is in active region। ठीक है, ਤਾਂ switch ਕੀ ਹੋ ਜਾਊਗਾ in active region ਦੇ ਵਿੱਚ ਆ ਜਾਊਗਾ। ਤਾਂ ਆਪਣੇ ਕੋਲ ਸੈਕੰਡ ਪੁਆਇੰਟ ਹੋ ਕੇ ਖਤਮ ਹੋ ਗਿਆ। ਥਰਡ ਪੁਆਇੰਟ ਕੀ ਹੋ ਜੂ ਸੈਚੂਰੇਸ਼ਨ ਪੁਆਇੰਟ, ਮਤਲਬ ਜੇ ਆਪਾਂ ਇਨਪੁਟ ਵੋਲਟੇਜ 1 ਤੋਂ ਜ਼ਿਆਦਾ ਕਰ ਦਾਂਗੇ ਤਾਂ ਕੋਈ ਫਰਕ ਨਹੀਂ ਪਊਗਾ, ਸਵਿਚ ਔਨ ਦਾ ਔਨ ਰਹਿ ਜਾਊਗਾ। ਫਿਰ ਆ ਜੂ ਕੇਸ ਆਪਣੇ ਕੋਲ 3 if Vi is greater than 0.6 तक कंप्लीट हो गया ना, 1 वोल्ट कहाँ 1 वोल्ट। जिधर रह गया से पॉज करके नोट कर लो, थ्योरी दी लेंथी है, 5 मार्क्स का आर्टिकल है। थर्ड केस की आ जो अपने कोल सैचुरेशन आ जो मतलब स्विच ऑन दा ऑन रहूगा, ਤੇ ਇਹਦਾ ਪਰਪਸ ਕੀ ਆਪਾਂ ਨੇ ਛੋਟੀ ਵੋਲਟੇਜ ਦੇ ਕੇ ਆਪਾਂ ਕੰਟਰੋਲ ਕਰ ਸਕਦੇ ਹਾਂ ਸਵਿਚ ਦੇ ਔਨ ਆਫ ਨੂੰ। then a small increase in emitter and collector current will take place, but the output voltage remains same। output voltage remain same, चाहे वो अपने को V नॉट फ्रॉम द सेकंड इक्वेशन है, चाहे ICRL है, जो छोटा सा चेंज होगा, ठीक है, तब वोल्टेज तो काफी हद तक सेम रहेगी। एंड द ट्रांजिस्टर इज इन एंड ट्रांजिस्टर is in saturation condition, saturation
रीजन सिंपल। तो सैचुरेशन का मतलब कि अपने को स्विच ऑन होगा, ठीक है। सो when the input is low, switch is off, and when the input increases slightly, switch is on. So it is acting like a switch. So when the input voltage is low, that is VI is greater than 0.6 volt, then voltage across load resistance is low। तो वोल्टेज अक्रॉस लोड की लो हो जू, ठीक है, मतलब स्विच ऑफ, ब्रैकेट लिख लेंगे स्विच ऑफ हो गया। एंड जदों ਆਪਾਂ and when voltage increases the load resistance, ठीक है, वोल्टेज इंक्रीज करूंगी इनपुट साइड पे, देन the voltage across the load increases, voltage across the load increases, so transistor behaves as a switch। बहुत सिंपल थ्योरी है, कोई औखी नहीं है दी, ठीक है। कि ਜਦੋਂ ਆਪਣੇ ਕੋਲ ਇਨਪੁਟ ਵੋਲਟੇਜ 0.6 ਤੋਂ ਲੈਸ ਹੈ ਸਵਿਚ ਆਫ ਰਹੂਗਾ, ਜਦੋਂ ਇਨਪੁਟ ਵੋਲਟੇਜ 0.6 ਤੇ 1 ਦੇ ਵਿਚਕਾਰ ਹੈ ਸਵਿਚ ਔਨ ਹੋ ਜਾਊਗਾ, ਜੇ 1 ਤੋਂ ਜ਼ਿਆਦਾ ਹੁੰਦੀ ਹੈ ਦੈਨ ਇਟ ਇਜ਼ ਇਨ ਸੈਚੂਰੇਸ਼ਨ ਪੁਆਇੰਟ, मतलब ऑन ਰਹੂਗਾ ਖਤਮ। ਤਾਂ ਆਪਾਂ 1 ਵੋਲਟ ਦੇ ਕੇ ਆਪਾਂ ਪੂਰੇ ਸਰਕਟ ਨੂੰ ਕੰਟਰੋਲ ਕਰ ਸਕਦੇ ਹਾਂ। ਤੇ ਰਾਈਟ ਸਾਈਡ ਤੇ ਚਾਹੇ 1000 ਵੋਲਟ ਹੈ 10000 ਵੋਲਟ ਹੈ, ਲੈਫਟ ਸਾਈਡ ਤੇ ਆਪਾਂ 1 ਵੋਲਟ ਨਾਲ ਉਸ ਨੂੰ ਕੰਟਰੋਲ ਕਰ ਸਕਦੇ ਹਾਂ, ਠੀਕ ਹੈ। ਤੇ ਇਸ ਦੀ ਆਪਣੇ ਕੋਲ ਡਾਇਗਰਾਮ ਕੀ ਬਣਦੀ ਹੈ, डायग्राम इंपॉर्टेंट है। ये V नॉट है फ्रॉम द सेकंड इक्वेशन, VCC माइनस करके है, दिस इज 0.6 वोल्ट, दिस इज 1 वोल्ट। तो अपने को आ वाला की हो जाता है, दिस पर्टिकुलर एरिया इज कॉल्ड एक्टिव रीजन, दिस पर्टिकुलर इज कॉल्ड कट ऑफ रीजन, ठीक है। तो ये वाला किहड़ा हो जाता अपने को सैचुरेशन रीजन। तो इनपुट वोल्टेज वर्सेस आउटपुट वोल्टेज है, आउटपुट किहड़ी अपने को V नॉट VCC माइनस ICR, बट अपने स्विच ऑन ऑफ के तो देखना है जे अपने को लोड दे क्रॉस रेजिस्टेंस होगी, वोल्टेज ड्रॉप होगा लोड दे क्रॉस, देन इट इज सेट टू बी ऑन। जे वोल्टेज ड्रॉप अक्रॉस द रेजिस्टेंस की उसका लोड 0, देन इट इज सेट टू बी इन ऑफ कंडीशन। डायग्राम ड्रॉ कर लो। वैसे है तो ये तक के अलग पॉइंट, क्योंकि इस काफी ज्यादा इक्वेशंस नहीं, ये इक्वेशंस यूज नहीं हुई है, बट यस बुक वाले रिवर्टिंग है, वी हैव टू यूज इट, एग्जामिनेशन पॉइंट ऑफ व्यू यूज करना ही पैना है, कोई ऑप्शन नहीं है। नेक्स्ट अपने को थ्योरी के पॉइंट्स ने कुछ, ठीक है, देख लो। अपने को कि सैमीकंडक्टर दी एडवांटेजेस की हैं ते डिसएडवांटेजेस की हैं, ठीक है। तो फर्स्ट टॉपिक जेड़ा होगा अपने को दैट वुड बी एडवांटेजेस ऑफ semiconductor devices।
as compared to vacuum tubes. ਇਨੀਸ਼ੀਅਲੀ ਟਾਈਮ ਦੇ ਵਿੱਚ ਸਭ ਤੋਂ ਪਹਿਲਾਂ ਵੈਕਿਊਮ ਟਿਊਬਸ ਜਨਰੇਟ ਹੋਈਆਂ ਸੀ, ਬਾਅਦ 'ਚ ਉਹਨਾਂ ਨੇ ਸੈਮੀਕੰਡਕਟਰ ਡਿਵਾਈਸਿਸ ਦੀ ਖੋਜ ਕੀਤੀ ਸੀਗੀ, ਉਸ ਨੂੰ ਯੂਜ਼ ਕਰਨਾ ਸਟਾਰਟ ਕੀਤਾ ਸੀਗਾ। ਠੀਕ ਹੈ, ਤਾਂ ਆਪਣੇ ਕੋਲ ਕੀ ਐਡਵਾਂਟੇਜਸ ਆਉਂਦੀਆਂ ਨੇ? ਸੈਮੀਕੰਡਕਟਰ ਇੱਕ ਤਾਂ ਛੋਟੇ ਨੇ, ਸਾਈਜ਼ ਛੋਟਾ ਹੈ, ਸਸਤੇ ਨੇ। ਠੀਕ ਹੈ, ਤਾਂ ਆਪਾਂ ਕੀ ਲਿਖਾਂਗੇ? ਦੇਅਰ ਸਾਈਜ਼ ਇਜ਼ ਵੈਰੀ ਸਮॉल, ਜਿਸ ਨਾਲ ਇਹ ਟਰਾਂਸਪੋਰਟ ਕਰ ਸਕਦੇ ਨੇ। ਦੇਅਰ ਸਾਈਜ਼ ਇਜ਼ ਵੈਰੀ ਸਮॉल as compared to vacuum tubes, जिस ਨਾਲ ਇਹਨਾਂ ਨੂੰ ਟਰਾਂਸਪੋਰਟ ਕਰਨਾ ਬਹੁਤ ਸੌਖਾ ਹੈ। ਠੀਕ ਹੈ, they are more economical, ਸਸਤੇ ਨੇ। मतलब कॉस्टलेस है। ठीक है, फिर कहना दे रिक्वायर लेस पावर टू ऑपरेट, दे रिक्वायर लेस पावर टू ऑपरेट, ऑपरेट करने इन्होंने पावरलेस चाहिए। ठीक है, फिर आ जाते डिसएडवांटेजेस। डिसएडवांटेज की अंदर अपने को कि सेमीकंडक्टर डिवाइसेस की है टेंपरेचर सेंसिटिव है। ठीक है, जल्दी हीट अप हो जाते हैं। प्लस ਇਹ ਕੀ ਹੈ ਕਿ ਜ਼ਿਆਦਾ ਪਾਵਰਸ ਨੂੰ ਹੈਂਡਲ ਨਹੀਂ ਕਰ ਸਕਦੇ, ਬਿਕੋਜ਼ ਵੀ ਹੈਵ ਟੂ ਕੰਟਰੋਲ ਦ ਪਾਵਰਸ ਆਫ ਹੈਵੀ, ਬਟ ਇਹਨਾਂ ਨੂੰ ਆਪਰੇਟ ਕਰਨ ਲਈ ਸਮਾਲ ਪਾਵਰ ਚਾਹੀਦੀ ਹੈ। they cannot handle, they can't handle large powers. The second point, they are temperature sensitive, टेम्परेचर सेंसिटिव नहीं। ठीक है, क्योंकि सुक जाने जल्दी। वैक्यूम ट्यूब्स नहीं फुकदियां, वैसी साइज बड़ा बहुत बड़ा ਹੁੰਦਾ ਉਹਨਾਂ ਦਾ, ਕਿਉਂਕਿ ਇਹ ਲਾਰਜ ਪਾਵਰਸ ਨੂੰ ਹੈਂਡਲ ਨਹੀਂ ਕਰ ਸਕਦੇ, ਬਿਕੋਜ਼ ਇਹ ਸਮਾਲ ਪਾਵਰਸ ਵਾਸਤੇ ਬਣੇ। ठीक है, ये अपने को एडवांटेजेस डिसएडवांटेजेस हो गए, दो दो तीन तीन सिंपल पॉइंट्स ने नोट कर लो। ਹੁਣ ਇਹ ਹੋ ਗਿਆ ਚੈप्टर अपना कंप्लीट, दैट इज सेमीकंडक्टर डिवाइसेस ਦਾ। पॉज करके नोट कर लो। एक ਹੁਣ ਆਪਾਂ मैं रिपीट कर रहा एम्पलीफायर्स, कॉमन बेस NPN, कॉमन बेस PNP। ठीक है, तो कॉमन बेस वास्ते की स्ट्रक्चर बनूंगा? चलो तरीका देख लो की है, आ डायग्राम ड्रॉ होगी। ठीक है, हम सिंपल बेसिक रूल दस रहे हैं जो ड्रॉ कर अंदर बड़ा सौखा हो जाता है। NPN, दिस इज मीटर, दिस इज बेस, दिस इज कलेक्टर। ठीक है, जो अपना एरो होंगे P2N होंगे, तो P2N आ जाऊगा, तो इतों एमीटर करंट आ जाऊगा, एमीटर करंट हो जाऊगा, तो इतों इनपुट हो जाऊ। कॉमन बेस के विच की होंगे अपने को जो आउटपुट ते इनपुट वेव्स होंगे ने सेम जी चलती ने वो। ठीक है, तो अपने कोल हुण जे एमीटर करंट बाहर ਨੂੰ ਜਾ ਰਿਹਾ ਤਾਂ ਬੇਸ ਕਰੰਟ ਵੀ ਅੰਦਰ ਨੂੰ ਜਾਊਗਾ, ਕਲੈਕਟਰ ਕਰੰਟ ਅੰਦਰ ਜਾਊਗਾ। ਹੁਣ ਇਸ ਦੀ ਪੋਲੈਰਿਟੀ ਕਰੰਟ ਦੀ ਐ ਜਾ ਰਹੀ ਹੈ, ਤਾਂ ਐ ਜਾਣ ਵਾਸਤੇ ਆਪਾਂ ਨੂੰ ਬੈਟਰੀ ਦੀ पोटेंशियल इस तरीके ਨਾਲ ਲਗਾਉਣਾ ਪਊ ਸੋ ਦੈਟ ਇਹ ਰਾਈਟ ਨੂੰ emit ਕਰੇ। ਜੇ IC ਉੱਪਰ ਜਾ ਰਿਹਾ ਤਾਂ ਆਪਾਂ ਨੂੰ ਕਲੈਕਟਰ ਬੈਟਰੀ ਉੱਪਰ ਨੂੰ ਕਨੈਕਟ ਕਰਨੀ ਪੈਣੀ ਹੈ। ਦਿਸ ਇਜ਼ VCE, इस साइड देखिए रेजिस्टेंस RL, जिथे लोड की जो अपने को ICRL खत्म। ये की है अपने को डायग्राम होगी। ठीक है, वर्किंग च की आंदा है, वर्किंग च देख लो। वर्किंग च आंदा जेड़ा अपने को पॉजिटिव फॉरवर्ड बायस्ड है, दिस इज पॉजिटिव फॉरवर्ड बायस। ਇਹ ਐਮੀਟਰ ਕਰੰਟ ਨੂੰ ਕੀ ਕਰ ਰਿਹਾ ਹੈ? ਅਪੋਜ਼ ਕਰ ਰਿਹਾ ਹੈ। ਜਦ ਇਹ ਐਮੀਟਰ ਕਰੰਟ ਨੂੰ ਅਪੋਜ਼ ਕਰ ਰਿਹਾ ਹੈ, जब ए एमीटर करंट ਨੂੰ ਅਪੋਜ਼ ਕਰ ਰਿਹਾ ਤਾਂ ਐਮੀਟਰ ਕਰੰਟ ਡਿਕਰੀਜ਼ ਕਰੂ। ਜੇ ਐਮੀਟਰ ਕਰੰਟ ਡਿਕਰੀਜ਼ ਕਰੂ ਤਾਂ ਕਲੈਕਟਰ ਕਰੰਟ ਡਿਕਰੀਜ਼ ਕਰੂ। ਤਾਂ V0 ਕਿਹਦੇ ਇਕੁਅਲ ਆਪਣੇ ਕੋਲ? इट इज VCE minus ICRL।
ਜੇ ਕਲੈਕਟਰ ਕਰੰਟ ਡਿਕਰੀਜ਼ ਕਰੂ ਤਾਂ ਲੋਡ ਦੇ ਕ੍ਰਾਸ ਵੋਲਟੇਜ ਵੀ ਡਿਕਰੀਜ਼ ਕਰ ਜੂ, ਤਾਂ ਵੀ ਨੋਟ ਕੀ ਕਰ ਜੂ, ਇਨਕਰੀਜ਼ ਕਰ ਜੂ। ਹੁਣ ਜਿਹੜੀ ਆਪਣੇ ਕੋਲ ਕਲੈਕਟਰ ਹੈ that is connected to positive terminal of CE ਬੈਟਰੀ, ਤਾਂ ਆਪਣੇ ਕੋਲ ਜੇ ਵੀ ਨੋਟ ਇਨਕਰੀਜ਼ ਕਰ ਰਿਹਾ ਤਾਂ ਆਊਟਪੁੱਟ ਵੇਵ ਵੀ ਕੀ ਹੋ ਜੂਗੀ, ਮੋਰ ਪੋਜ਼ਿਟਿਵ ਹੋ ਜੂਗੀ। ठीक है, बिकॉज collector is connected to positive terminal of CE बैटरी, तो अपने को मोर पॉजिटिव आ गया। ਇਹ ਹੋ ਗਿਆ ਡਿਊਰਿੰਗ ਫਸਟ ਹਾਫ ਸਾਈਕਲ। ਫਿਰ ਸੈਕੰਡ ਹਾਫ ਸਾਈਕਲ ਵਾਸਤੇ ਕੀ ਹੋ ਜਾਊਗਾ, ਜਿਹੜੀ ਆਪਣੇ ਕੋਲ ਇਨਪੁਟ ਵੇਵ ਹੈ, ਜੋ ਆਪਣੇ ਕੋਲ ਇਨਪੁਟ ਵੇਵ ਹੈ ਉਹ ਇਸ ਨੂੰ ਕਰੰਟ ਨੂੰ ਕੀ ਕਰੂਗੀ, ਫੇਵਰ ਕਰੂਗਾ, emitter ਕਰੰਟ ਵੱਧ ਜੂ। ਜੇ emitter ਕਰੰਟ ਵੱਧ ਗਿਆ ਤਾਂ collector ਕਰੰਟ ਵੱਧ ਜੂ। ਜੇ collector ਕਰੰਟ ਵੱਧ ਗਿਆ ਤਾਂ collector ਲੋਡ ਦੇ ਕ੍ਰਾਸ ਕਰੰਟ ਵੋਲਟੇਜ ਵੱਧ ਜੂ। ਜੇ ਲੋਡ ਦੇ ਕ੍ਰਾਸ ਵੋਲਟੇਜ ਵਧੀ ਤਾਂ V ਨੋਟ ਘਟ ਜੂ। ਜੇ V ਨੋਟ ਘਟ ਗਿਆ ਤਾਂ collector is connected to positive terminal, so output wave become more negative। खत्म। ठीक है, हाँ इस चीज ध्यान रखना है अपने को कि जे अपने कोल कलैक्टर कनेक्टेड है पॉजिटिव टर्मिनल नाल सीई बैटरी दे, ये सीई बोल गया मैं, सी बी आना सी वैसे, क्योंकि इट इज बिटवीन कलेक्टर एंड बेस। करेक्ट कर लो भाई। ठीक है, कलेक्टर बेस बैटरी दे पॉजिटिव टर्मिनल कनेक्टेड है, तो जो आउटपुट वोल्टेज का बिहेव होगा आउटपुट वेव भी उस तरीके ਨਾਲ बिहेव करेगा। ठीक है, जे नेगेटिव टर्मिनल अटैच हो जो आउटपुट वोल्टेज बिहेव करू आउटपुट वेव उसके ऑपोजिट चलू। ਹੁਣ पी एन पी ਚ ਕਿਵੇਂ ਡਰਾ ਕਰਨਾ ਦੇਖ ਲਓ। कॉमन बेस का वी नोट आ गया। ठीक है, दिस इज पी, दिस इज एन, दिस इज पी। तो अपने को एमीटर बेस कलेक्टर एरो ਹੁੰਦਾ P2 तो बेस करंट बाहर जाओ। जे बेस करंट बाहर गया तो एमीटर करंट अंदर आ गया, एमीटर करंट अंदर आ गया तो कलेक्टर करंट बाहर आ गया। इस साइड ਤੇ ਕੀ ਹੋगी, इस साइड ਤੇ इनपुट आ जाऊगी। ठीक है, करंट की डायरेक्शन एवं है तो बन जू दिस इज वी ई बी, इस भी डाउन चलू दिस इज वी सी बी, दिस आर एल है जो ये आई सी आर एल बन गया। ठीक है, खत्म, डायग्राम खत्म। इनपुट इस साइड की आ जाऊगी, आ इनपुट है, आउटपुट की चलूगा लार्ज चलूगा ते सेम चलू, मतलब क्रैस्ट वास्ते क्रैस्ट, ट्रफ वास्ते ट्रफ, बिकॉज अपने को की है कॉमन बेस है। ਹੁਣ आई बेस ऊपर चल रहा है ਤਾਂ ਵਰਕਿੰਗ ਚ ਕੀ ਆ ਜੂ ਦੇਖ ਲਓ ਧਿਆਨ ਨਾਲ, ਜੋ ਪੋਜ਼ਿਟਿਵ ਹਾਫ ਸਾਈਕਲ ਹੈ ਉਹ ਆਈ ਬੀ ਨੂੰ ਕੀ ਫੇਵਰ ਕਰੂਗਾ। ਫਸਟ ਦੇ ਵਿੱਚ ਪੋਜ਼ਿਟਿਵ ਹਾਫ ਚ ਕੀ ਹੋਊਗਾ, ਜੋ ਇਨਪੁਟ ਹੈ ਉਹ ਆਈ ਬੀ ਨੂੰ ਫੇਵਰ ਕਰੂ, ਜੇ ਫੇਵਰ ਕਰੂ ਤਾਂ ਆਈ ਬੀ ਇਨਕਰੀਜ਼ ਕਰੂ, ਜੇ ਆਈ ਬੀ ਇਨਕਰੀਜ਼ ਕਰੂ ਤਾਂ ਕਲੈਕਟਰ ਕਰੰਟ ਵੀ ਇਨਕਰੀਜ਼ ਕਰ ਜੂ, ਬਿਕॉज आई ई की देख को ਹੁੰਦਾ आई बी प्लस आई सी ਦੇ ਇੱਕ ਚੀਜ਼ ਇਨਕਰੀਜ਼ ਕਰੂ ਦੂਜੀ ਆਟੋਮੈਟਿਕਲੀ ਇਨਕਰੀਜ਼ ਕਰੂ। ਜੇ ਕਲੈਕਟਰ ਕਰੰਟ ਇਨਕਰੀਜ਼ ਕੀਤਾ ਤਾਂ आई सी इंटू आर एल इनक्रीज कर जू। जे आई सी आर एल इनक्रीज करता है तो अपने को की ਹੁੰਦਾ ਹੈਗਾ, आई सी आर एल इंक्रीज कर गया। ठीक है, तो बी नॉट की कर चुका, डिक्रीज कर चुका। इक्वेशन सेम है, आ वाली इक्वेशन चार सेम है, दैट इज वी सी बी माइनस आई सी आर एल। बट अपने को जो कलेक्टर है दैट इज कनेक्टेड टू नेगेटिव टर्मिनल, तो अपने को जी आउटपुट वेव बनूगी वो पुठी बिहेव करूगी। जे वी नॉट डिक्रीज कर रहा है तो आउटपुट वेव बिकम मोर पॉजिटिव। ठीक है, the more positive value output wave that will behave in opposite manner of output voltage। फिर similarly input second step क्या होगा, हाँ input है। ठीक है, आई भी नहीं करो अपोज करो, अपोज है आई, जे आई बी ਨੂੰ ਅਪੋਜ਼ ਕੀਤਾ ਤਾਂ आई बी ਘਟ ਗਈ, ਜੇ आई बी ਘਟ ਗਿਆ ਤਾਂ आई E ਘਟ ਗਿਆ, ਜੇ आई E ਘਟ ਗਿਆ ਤਾਂ आई C R L ਘਟ ਜੂ, ਤਾਂ आई C R L ਘਟਣ ਨਾਲ V naught ਵੱਧ ਜੂ। V naught ਵਧਣ ਨਾਲ ਕੀ ਹੋ ਜਾਊਗਾ कि collector is connected to the negative terminal, so output wave become more negative। खत्म। ठीक है, कि ਜਿਹੜੀ आउटपुट वेव है वो ज़्यादा नेगेटिव बन जूगी
बिकॉज वी नॉट की हो रहा है इंक्रीज हो रहा है एंड इसका रीजन की है अपने को कि ਜਿਹੜੀ कलेक्टर है वो कनेक्टेड है नेगेटिव टर्मिनल ऑफ सीबी बैटरी। ठीक है, हम वीडियो ਨੂੰ पॉज करके प्रॉपर्ली नोट करो क्योंकि फिर नेक्स्ट वाला मैं कॉमन एमीटर वाला ड्रॉ कर देना। वर्किंग बहुत सिंपल है। नेक्स्ट हो गया कॉमन एमीटर एनपीएन ਤੇ कॉमन एमीटर पीएनपी। ड्रॉ करने का तरीका ही है, सब तो ईजी रफ च पहला ड्रॉ कर लो फिर ते करो। पहला ना करो, दिस इज वी नॉट ਤੇ ਇੱਥੇ ਇਨਪੁਟ ਆ ਜੂਗੀ। ठीक है, मार्किंग करते हैं दिस इज एमीटर क्योंकि एमीटर कॉमन है तो ये एन पी एन तो अपने को ले रहूगा पी टू एन तो आई इधर हो गया। जे आई ई नीचे ਨੂੰ ਹੋ ਰਿਹਾ ਤਾਂ ਬੇਸ ਕਰੰਟ ਅੰਦਰ ਨੂੰ ਹੋ ਜਾਊਗਾ, ਕਲੈਕਟਰ ਕਰੰਟ ਅੰਦਰ ਨੂੰ ਹੋ ਜਾਊਗਾ। ਤੇ ਐਰੋਜ਼ ਦੇਖੋ ਧਿਆਨ ਨਾਲ, ਇਹਦੀ ਐਰੋ ਐਵੇਂ ਹੈ ਤੇ ਤਾਂ ਹੋਊਗਾ ਜੇ ਬੈਟਰੀ ਐਵੇਂ ਕਨੈਕਟ ਕੀਤੀ ਹੋਈ इसका की अप ਨੂੰ ਹੈ ਤਾਂ ਐਰੋ ਐ ਚੱਲੂਗਾ ਤੇ ਇਹ ਕੀ ਹੋ ਜਾਊਗਾ ਵੀ ਸੀ ई बिकॉज इट इज कनेक्टेड विद सी एंड ई। इस साइड की हो जाएगी रेजिस्टेंस आर एल तो वोल्टेज ड्रॉप कितना हो जाएगा आई सी आर एल। ठीक है, खत्म। तो इससे अपने को बन जाऊगा ਜਿਹੜਾ पॉजिटिव हाफ है वो आई बी ਨੂੰ ਕੀ ਕਰੂਗਾ ਫੇਵਰ ਕਰੂਗਾ ਤਾਂ ਆਪਣੇ ਕੋਲ ਇਨਪੁਟ ਕੀ ਕਰੂਗਾ पॉजिटिव हाफ ਦਾ ਫੇਵਰ ਕਰੂਗਾ आई बी ਨੂੰ। ਜੇ आई बी ਨੂੰ ਫੇਵਰ ਕੀਤਾ ਤਾਂ आई बी ਦੀ ਵੈਲਿਊ ਵੱਧ ਜੂ ਐਂਡ ਇੱਕ ਇਸ ਚ ਹੁੰਦਾ ਹੈ ਕਿ ਜਿਹੜੀ ਆਊਟਪੁੱਟ ਹੁੰਦੀ ਹੈ ਪੁੱਠਾ ਚੱਲਦੀ ਹੈ ਆ ਹੋਊਗੀ। ਜੋ ਇਨਪੁਟ ਹੈ ਉਹ ਆਪਣੇ ਕੋਲ crest है, आउटपुट ਦੇ ਵਿੱਚ ट्रफ आ जाओ बिकॉज 180 डिग्री ਦਾ फेस डिफरेंस ਹੁੰਦਾ बिटवीन इनपुट एंड आउटपुट इन कॉमन एमीटर एम्पलीफायर। जे IB इंक्रीज ਕੀਤਾ IC इंक्रीज कर जू, जे IC इंक्रीज ਕੀਤਾ ਤਾਂ ICRL इंक्रीज कर जू। इक्वेशन सेम ਚੱਲਣਗੀਆਂ कोई फर्क नहीं। इक्वेशन की है अपने को IE is equal to IB plus IC ਤੇ V naught ਕਿਹਦੇ ਇਕੁਅਲ ਹੈ VCE minus ICRL ਆ ਵਾਲੀ। ठीक है, ਤੇ ICRL ਵੱਧ ਗਿਆ ਜਿਸ ਨਾਲ V naught ਘਟ ਜੂ and now collector is connected to the positive terminal so the output of that will behave in the same manner which implies output wave is more negative। ठीक है, तो आउटपुट वेव की होगी मोर नेगेटिव हो जाएगी। वी नॉट कट गया तो ही हो जाएगा मोर नेगेटिव हो गया। ਤੇ ਸੈਕੰਡ ਵਾਲੇ ਚ ਕੀ ਹੋ ਜਾਊਗਾ ਕਿ ਜੋ ਇਨਪੁਟ ਵੇਵ ਹੈ ਉਹ ਆਈਬੀ ਨੂੰ ਅਪੋਜ਼ ਕਰੂ। ਇਨਪੁਟ ਜੋ ਵੇਵ ਹੈ that opposes IB, ਜੇ IB ਨੂੰ ਅਪੋਜ਼ ਕਰੂ ਤਾਂ IB ਘਟ ਜੂ। ਜੇ IB ਘਟਿਆ ਤਾਂ IC ਘਟ ਜੂ। ਜੇ IC ਘਟਿਆ ਤਾਂ ICRL ਘਟ ਜੂ। ਜੇ ICRL ਘਟ ਗਿਆ ਤਾਂ V naught ਵੱਧ ਜੂ। ਹੁਣ ਕੀ ਹੋਇਆ ਕਿ ਜੋ ਕਲੈਕਟਰ ਹੈ ਕਨੈਕਟਡ ਟੂ ਦ ਪੋਜ਼ਿਟਿਵ ਟਰਮੀਨਲ ਹੈ ਸੋ ਆਪਣੇ ਕੋਲ ਆਊਟਪੁੱਟ ਵੇਵ ਇਜ਼ ਮੋਰ पॉजिटिव। ठीक है, आउटपुट वेव की बन जूगी मोर पॉजिटिव बन जू। खत्म, इन्नी वर्किंग है कॉमन एमीटर पीएनपी चालू। डायग्राम का मैथड सेम रखना। V naught P N P एरो होगा हमेशा P टू N। दिस इज एमीटर बेस कलेक्टर तो I बेस इधर आ जाऊगा I E अंदर हो जाऊगा तो I C बाहर हो। ਹੁਣ ਕਰੰਟ ਦੀ ਡਾਇਰੈਕਸ਼ਨ ਐਵੇਂ ਹੈ, ਕਰੰਟ ਦੀ ਡਾਇਰੈਕਸ਼ਨ ਐਵੇਂ ਹੈ ਤਾਂ ਐਰੋ ਐ ਚੱਲੂਗਾ ਦਿਸ ਇਜ਼ ਤੇ ਇੱਥੇ ਆਪਣੇ ਕੋਲ ਇਨਪੁਟ ਸਾਈਡ ਹੈ आउटपुट की हो जाऊगा पुट्ठा चलूगा दिस इज आउटपुट साइड। ठीक है, तो कलेक्टर करंट इधर ਨੂੰ ਆਇਆ ਤਾਂ बैटरी कनेक्ट है करनी CE बैटरी ਇੱਥੇ रेजिस्टेंस RL ਇਹਦੇ क्रॉस वोल्टेज ICRL। खत्म, मेरी डायग्राम खत्म, मेरी जो प्रॉपर ड्रॉ करनी सी। ठीक है,
इतने विच फिर अपने कोल की हो जाऊगा फर्स्ट स्टेप च इनपुट की करूगा इनपुट अपोज करू आईबी नो इनपुट अपोजेस आईबी जे आईबी नो अपोज करू तो आईबी घट जू जे आईबी घट गया तो आईसी घट जू जे आईसी घटिया तो आईसीआरएल घट जू तो वी नॉट की करू जे आईसीआरएल घट गया तो वी नॉट की अपने कोल वध जू क्योंकि जो अपने कोल वी नॉट है वीसीई माइनस आईसीआरएल है सेम रहूगा कोई फर्क नहीं पड़ने लगा आ वाली चीज सेम रहूगी वी नॉट वध जू बट हुन की ये कलेक्टर इज कनेक्टेड टू द नेगेटिव टर्मिनल तो अपने कोल पुट्ठा चलू तो आउटपुट वेव will be more negative ये आउटपुट वोल्टेज इंक्रीज कर रही है the output wave will be more negative due to common emitter due to collector is connected to negative terminal फिर सेकंड हाफ साइकिल की है सेकंड हाफ साइकिल ये चीज है इसनु फेवर कर रही है इनपुट फेवर्स आईबी जे फेवर करूँ तो आईबी વધુ जे आईबी वधी तो आईसी વધુ जे आईसी वधी तो ICRL ਵਧੂ ਜੇ ICRL ਵਧਿਆ ਤਾਂ ਵੋਲਟੇਜ ਘਟੂ ਹੁਣ ਜੇ ਵੋਲਟੇਜ ਘਟੂ ਤਾਂ collector connected to negative terminal so ਆਪਣੇ ਕੋਲ output wave is more positive output wave is more positive ठीक है तो ये क्योंकि अपने कोल वर्किंग होगी कॉमन emitter PNP ਤੇ कॉमन emitter NPN ਹੁਣ ਵੀਡੀਓ ਨੂੰ ਪੌਜ਼ ਕਰੋ ਰਫ ਤੇ ਡਰਾ ਕਰੋ जब तक तुसी जज ना करके नहीं देखते उद तक ये चीजें याद नहीं होने वाली पहला दस रहा ठीक है तो चैप्टर मेरे वालों कंप्लीट है हूँ इस न्यूमेरिकल एक दो सी जिन्हें मैं कराते ज्यादा कुछ है नहीं करने वाला वीडियो नु पॉज करो तो इसनु ड्रॉ करो